ਪਦਾਰਥ ਦੇ ਦਿਓ ਤਾਂ ਵੀ ਭੁੱਖ ਜਿਹੜੀ ਉਹ ਸਰੀਰ ਦੇ ਅੰਦਰ ਬਰਕਰਾਰ ਹੀ ਰਹਿੰਦੀ ਆ। ਸਹਸ ਸਿਆਣਪਾ ਲਖ ਹੋਏ। ਚੌਥਾ ਸਾਧਨ ਕਹਿੰਦੇ ਆ ਕਿ ਮਹਾਰਾਜ ਜੀ ਅਸੀਂ ਵੇਦ ਸ਼ਾਸਤਰਾਂ ਦੀ ਵਿਦਿਆ ਦੇ ਨਾਲ ਜੀਵ ਦਾ ਰਿਦਾ ਸਚਿਆਰ ਕਰ ਦਿਆਂਗੇ, ਇਹਦਾ ਤੁਹਾਡੇ ਕੋਲ ਤੋੜ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਸਿੱਧੋ, ਇਹ ਵੀ ਤੁਹਾਡੀ ਗੱਲ ਕਾਰਗਰ ਨਹੀਂ ਹੁੰਦੀ। ਜਿਹੜਾ ਇਹ ਵਿਦਵਾਨ ਬਣ ਜਾਣਾ, ਗਿਆਨ ਪੜ੍ਹ ਲੈਣਾ, ਸਤਿਗੁਰੂ ਜੀ ਕਹਿੰਦੇ ਨੇ ਲੱਖਾਂ ਹੀ ਹਜ਼ਾਰਾਂ ਸਿਆਣਪਾਂ ਕੋਲ ਆ ਜਾਣ ਤਾਂ ਇੱਕ ਨਾ ਚੱਲੈ ਨਾਲ। ਸਤਿਗੁਰੂ ਜੀ ਕਹਿੰਦੇ ਕਾਲ ਦੇ ਨਾਲ ਤਾਂ ਇੱਕ ਵੀ ਸਿਆਣਪ ਨਹੀਂ ਚੱਲਦੀ। ਕੋਈ ਵੀ ਸਿਆਣਪ ਕਾਲ ਦੇ ਨਾਲ ਮਹਾਰਾਜ ਕਹਿੰਦੇ ਭਾਈ ਨਹੀਂ ਚੱਲ ਸਕਦੀ। ਉਹ ਅਫਲਾਤੂ ਦਾ ਜ਼ਿਕਰ ਕਰਦੇ ਹੁੰਦੇ ਆ, ਕਹਿੰਦੇ ਬੜਾ ਚਲਾਕ ਸੀ, ਜਦੋਂ ਮੌਤ ਆਈ ਨਾ ਉਹਨੇ ਆਪਣੇ ਵਰਗੀਆਂ ਮੂਰਤਾਂ ਬਣਾ ਲਈਆਂ। ਹੁਣ ਮੌਤ ਨੂੰ ਪਤਾ ਨਾ ਲੱਗੇ ਯਮ ਨੂੰ ਕਿ ਕਿਹੜਾ ਅਫਲਾਤੂ ਹੈ। ਉਹ ਫਿਰ ਮੁੜ ਗਏ ਧਰਮਰਾਜੇ ਕੋਲ, ਕਹਿੰਦੇ ਉਹ ਪਤਾ ਹੀ ਨਹੀਂ ਲੱਗਦਾ ਤੇ ਮਾਰੀਏ ਕਿਹਨੂੰ। ਇੱਕੋ ਜੀਆਂ ਤਸਵੀਰਾਂ ਬਣਾਤੀਆਂ ਉਹਨੇ ਸਾਰੀਆਂ। ਧਰਮਰਾਜਾ ਕਹਿੰਦਾ ਸਭ ਨੂੰ ਸਲਾਉਂਦੇ ਜਾਇਓ, ਇੱਕ 'ਚ ਨੁਕਸ ਕੱਢਿਓ ਕਿ ਆਹ ਨੱਕ ਨਹੀਂ ਠੀਕ, ਕੰਨ ਖਰਾਬ ਬਣਾਤੇ। ਉਹਨਾਂ ਐਵੇਂ ਹੀ ਕੀਤਾ। ਜਾ ਕੇ ਕਹਿਣ ਲੱਗੇ ਬੜੀਆਂ ਸੋਹਣੀਆਂ, ਕਿਆ ਕਮਾਲ ਕੀਤੀ। ਕਰਦੇ ਕਰਦੇ ਕਹਿਣ ਲੱਗੇ ਆ ਕੰਨ ਖਰਾਬ ਬਣੇ ਆ, ਨੱਕ ਨਹੀਂ ਠੀਕ ਬਣਿਆ। ਤੇ ਉਹ ਫਲਾਤੂ ਵਿੱਚੋਂ ਆਵਾਜ਼ ਦੇ ਕੇ ਕਹਿੰਦਾ ਕੌਣ ਹੈ ਤੂੰ ਮੇਰੀ ਬਣਾਈ ਨੂੰ ਨਿੰਦਣ ਵਾਲਾ। ਕਹਿੰਦੇ ਤੈਨੂੰ ਹੀ ਲੱਭ ਦੇਸਾਂ, ਆ ਜਾ। ਇਹ ਸਾਧ ਸੰਗਤ ਜੀ ਕਿੰਨਾ ਸਿਆਣਾ ਹੋਵੇ ਨਾ ਤੇ ਉਹ ਕਾਲ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਦੀ। ਸਾਰੀਆਂ ਹੀ ਸਿਆਣਪਾਂ ਜਿਹੜੀਆਂ ਉੱਥੇ ਫੇਲ ਹੋ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਕਾਲ ਸਭ ਨੂੰ ਇੱਕੋ ਜਿਹਾ ਹੀ ਮਾਰਦਾ ਹੈ, ਰਾਜਾ ਪ੍ਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਕੋਈ ਸਿਆਣਪ ਨਹੀਂ ਚੱਲਦੀ ਆ। ਇੱਕ ਨਾ ਚੱਲੈ ਨਾਲ। ਇੱਕ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਲ ਨਹੀਂ ਚੱਲ ਸਕਦੀ। ਕਿਵ ਸਚਿਆਰਾ ਹੋਈਐ। ਫਿਰ ਇਹ ਕਹਿੰਦੇ ਆ ਮਹਾਰਾਜ ਕਿਸ ਤਰ੍ਹਾਂ ਸਚਿਆਰ ਹੋ ਸਕੀਦਾ ਏ। ਕਿਵ ਕੂੜਾ ਟੁੱਟੈ ਪਾਲ। ਤੇ ਮਹਾਰਾਜ ਕਿਸ ਤਰ੍ਹਾਂ ਅੰਦਰੋਂ ਝੂਠ ਦੀ ਕੰਧ ਜਿਹੜੀ ਆ ਉਹ ਪਾਲ ਜਿਹੜੀ ਆ ਵੱਟ, ਉਹ ਕਿਵੇਂ ਨਾਸ਼ ਹੋ ਸਕਦੀ ਹੈ, ਕਿਵੇਂ ਡਿੱਗ ਸਕਦੀ ਆ। ਹੁਕਮ ਰਜਾਏ ਚੱਲਣਾ। ਮਹਾਰਾਜ ਕਹਿੰਦੇ ਭਾਈ ਜੋ ਰਜਾ ਦਾ ਮਾਲਕ ਹੈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਏ। ਨਾਨਕ ਲਿਖਿਆ ਨਾਲ। ਹਜ਼ੂਰ ਫਰਮਾਉਂਦੇ ਜਿਹੜਾ ਜੀਵ ਦੇ ਨਾਲ ਲਿਖਿਆ ਜਾ ਚੁੱਕਾ ਹੈ। ਸਭ ਜੀਵ ਜਿਹੜੇ ਆ ਹੁਕਮ ਦੇ ਅੰਦਰ ਵਰਤ ਰਹੇ ਐ। ਤੋ ਇਸੇ ਪ੍ਰਕਾਰ ਹੀ ਪੌੜੀ ਆਰੰਭ ਤੋਂ ਸੋਚ ਨਾ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ ਕਿ ਸਿੱਧੋ ਜਿਹੜਾ ਤੁਸੀਂ ਸੁਚਮਤਾ ਦਾ ਸਾਧਨ ਦੱਸਦੇ ਹੋ ਨਾ, ਬਾਹਰੋਂ ਸਰੀਰ ਦੀ ਸੁਚਮਤਾ ਰੱਖਣੇ ਕਰਕੇ ਸਰੀਰ ਦੀ ਸੁਚਮਤਾ ਨਹੀਂ ਰਹਿੰਦੀ। ਇਹ ਆਪ ਜੀ ਨੇ ਪਹਿਲਾ ਅਰਥ ਸਰਵਣ ਕੀਤਾ ਹੈ। ਸਾਧ ਸੰਗਤ ਜੀ ਸਰੀਰ ਦੀ ਸੁਚਮਤਾ ਕਰਕੇ ਮਨ ਦੀ ਸੁਚਮਤਾ ਵੀ ਨਹੀਂ ਰਹਿੰਦੀ। ਜੇ ਕੋਈ ਕਹੇ ਕਿ ਮੈਂ ਸਰੀਰ ਦੀ ਸੁਚਮਤਾ ਰੱਖ ਕਰਕੇ ਮਨ ਮੇਰਾ ਸੁੱਚਾ ਹੋ ਜਾਵੇਗਾ, ਇਵੇਂ ਸਾਧ ਸੰਗਤ ਜੀ ਕਦਾ ਵੀ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਬਾਹਰੋਂ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਕਿਸੇ ਪ੍ਰਕਾਰ ਵੀ ਜਿਹੜਾ ਨਾ ਮਨ ਸੁੱਚਾ ਨਹੀਂ ਹੁੰਦਾ। ਜੇ ਸੋਚੇ ਲੱਖ ਵਾਰ। ਜੇ ਭਾਵੇਂ ਲੱਖਾਂ ਵਾਰ ਬਾਹਰੋਂ ਸੁੱਚ ਪਵਿੱਤਰਤਾ ਰੱਖੀ ਜਾਈਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਕੁਰੂਕਸ਼ੇਤਰ ਮਹਾਰਾਜ ਜੀ ਨੇ ਚਰਨ ਪਾਏ, ਸਤਿਗੁਰਾਂ ਜੀ ਨੇ ਜਦੋਂ ਜਲ ਸਾਧ ਸੰਗਤ ਜੀ ਆਪ ਦੇ ਖੇਤਾਂ ਵੱਲ ਨੂੰ ਸਿੰਚਿਆ ਸੀ ਤੇ ਉਹਨਾਂ ਦਾ ਉਹ ਤੋੜਿਆ ਸੀ ਭਰਮ, ਜਿਹੜੇ ਪਿਤਰਾਂ ਨੂੰ ਪਾਣੀ ਦਿੰਦੇ ਸੀਗੇ। ਮਹਾਰਾਜ ਕਹਿੰਦੇ ਭਾਈ ਅਸੀਂ ਆਪ ਦੀ ਖੇਤੀ ਨੂੰ ਪਹੁੰਚਾਉਨੇ ਆ। ਕਿ ਹੱਸ ਪਏ, ਕਹਿੰਦੇ ਏਡੀ ਦੂਰ ਕਿਵੇਂ ਪਹੁੰਚ ਜੂ। ਮਹਾਰਾਜ ਕਹਿੰਦੇ ਜੇ ਤੁਹਾਡਾ ਪਹੁੰਚ ਸਕਦਾ ਉੱਥੇ ਸੂਰਜ ਨੂੰ ਚੜਾਉਨੇ ਹੋ ਜਾਂ ਪਿਤਰਾਂ ਨੂੰ ਚੜਾਉਨੇ ਹੋ ਤੇ ਸਾਡਾ ਇਸ ਧਰਤੀ ਤੇ ਨਹੀਂ ਜਾ ਸਕਦਾ। ਫਿਰ ਸਤਿਗੁਰਾਂ ਜੀ ਦੇ ਚਰਨੀ ਲੱਗੇ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਵਾਸਤੇ ਪਾਕ ਰਸੋਈ ਬਣਾਈ। ਮਹਾਰਾਜ ਬੜੀ ਪਵਿੱਤਰ ਰਸੋਈ ਬਣਾਈ, ਆਪ ਕਿਰਪਾ ਕਰਕੇ ਛਕੋ। ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਸਾਰਾ ਕੁਝ ਤੁਹਾਡਾ ਝੂਠਾ ਹੋਇਆ ਪਿਆ ਹੈ। ਕਹਿੰਦੇ ਮਹਾਰਾਜ ਲੱਕੜਾਂ ਧੋਤੀਆਂ, ਅਨਾਜ ਮਹਾਰਾਜ ਇਸ ਪ੍ਰਕਾਰ ਉਹ ਸੱਤ ਸਿੱਧਾ ਅਨਾਜ ਵੈ ਤੇ ਧੋ ਮਾਂਜ ਕੇ ਸਭ ਕੁਝ ਬਣਾਇਆ। ਇਹ ਮਹਾਰਾਜ ਕਿਵੇਂ ਆਪ ਝੂਠਾ ਕਹਿੰਦੇ ਹੋ। ਮਹਾਰਾਜ ਕਹਿੰਦੇ ਨੇ ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਅੰਦਰ ਦੀ ਹਾਲਤ ਦੱਸੀ ਹੈ ਮਹਾਰਾਜ ਨੇ। ਬਾਹਰੋਂ ਤੇ ਬੜੀ ਉਹਨਾਂ ਨੇ ਸਾਧ ਸੰਗਤ ਜੀ ਚਾਰ ਕਾਰਾਂ ਵੀ ਕੱਢ ਲਈਆਂ ਨੇ ਤੇ ਇੰਨੀ ਸੁਚਮਤਾ ਦੇ ਨਾਲ ਭੋਜਨ ਤਿਆਰ ਕੀਤਾ ਹੈ।
ਸਤਿਗੁਰੂ ਜੀ ਕਹਿੰਦੇ ਨੇ ਇਹ ਸਾਧ ਸੰਗਤ ਜੀ ਬ੍ਰਾਹਮਣ ਮਤ ਵਿੱਚ ਨਾ ਨੀਵੀਂ ਜਾਤ ਉਹਨੂੰ ਕੋਈ ਕੋਲੋਂ ਦੀ ਵੀ ਲੰਘ ਜੇ ਤੇ ਪਿਟਿਆ ਮੰਨਦੇ ਆ। ਤੇ ਸਤਿਗੁਰੂ ਜੀ ਕਹਿੰਦੇ ਭਾਈ ਕਬੁੱਧ ਡੂਮਣੀ, ਡੂਮ ਮਰਾਸ਼ੀ ਨੂੰ ਕਹਿੰਦੇ ਆ, ਤੇ ਮਰਾਸ਼ੀ ਦੀ ਘਰਵਾਲੀ ਨੂੰ ਮਰਾਸ਼ਣ ਕਿਹਾ ਜਾਂਦਾ। ਡੂਮਣੀ ਮਰਾਸ਼ਣ ਮਹਾਰਾਜ ਨੇ ਕਿਹਾ ਖੋਟੀ ਬੁੱਧੀ ਜਿਹੜੀ ਤੁਹਾਡੇ ਅੰਦਰ ਵਸੀ ਹੋਈ ਹੈ ਨਾ ਵਕਾਰਾਂ ਵਾਲੀ, ਮਹਾਰਾਜ ਕਹਿੰਦੇ ਇਹ ਤਾਂ ਮਰਾਸ਼ਣ ਬਿਠਾਈ ਹੋਈ ਹੈ ਤੁਸਾਂ ਇਸ ਚੌਂਕੇ ਦੇ ਅੰਦਰ, ਤੇ ਅਸੀਂ ਪ੍ਰਸ਼ਾਦਾ ਤੁਹਾਡਾ ਕਿਵੇਂ ਛਕ ਲਈਏ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਜਿਹੜਾ ਸਾਧ ਸੰਗਤ ਜੀ ਕਸਾਈ ਹੁੰਦਾ ਹੈ ਨਾ ਉਹਦੀ ਘਰਵਾਲੀ ਨੂੰ ਕਸਾਇਣ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਸ ਪ੍ਰਕਾਰ ਜਿਹੜੀ ਖੋਟੀ ਦਇਆ ਭਾਵ ਜੀਆਂ ਦੇ ਉੱਤੇ ਤੁਹਾਨੂੰ ਦਇਆ ਨਹੀਂ ਆਉਂਦੀ, ਰਹਿਮ ਨਹੀਂ ਕਰਦੇ, ਕਦੇ ਕਿਸੇ ਦਾ ਦਿਲ ਤੋੜ ਦਿੱਤਾ, ਕਦੇ ਕਿਸੇ ਨਾਲ ਈਰਖਾ ਨਾਲ ਬੋਲ ਪਏ, ਇਹ ਜਿਹੜੀ ਉਹ ਦਇਆ ਨਾ ਦਿਲਾਂ ਨੂੰ ਢਾਈ ਜਾਣਾ, ਬੁਰਾ ਬੋਲੀ ਜਾਣਾ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਸਾਇਣ ਬੈਠੀ ਹੋਈ ਅੰਦਰ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਤੇ ਪਰਾਏ ਦੀ ਨਿੰਦਾ ਕਰੀ ਜਾਣੀ। ਜਦੋਂ ਵੇਖੋ ਉਦੋਂ ਹੀ ਨਿੰਦਾ, ਤੇ ਜਦੋਂ ਪਰ ਨਿੰਦਾ ਕਰ ਰਹੇ ਹੋ ਮਹਾਰਾਜ ਕਹਿੰਦੇ ਇਹ ਹਿਰਦੇ ਦੇ ਅੰਦਰ ਚੂੜੀ ਬਿਠਾਈ ਹੋਈ ਹੈ। ਤੇ ਮੁੱਠੀ ਕ੍ਰੋਧ ਚੰਡਾਲ, ਸੱਚੇ ਪਾਤਸ਼ਾਹ ਜੀ ਕਹਿੰਦੇ ਕ੍ਰੋਧ ਰੂਪੀ ਚੰਡਾਲਣੀ ਬੈਠੀ ਹੋਈ ਆ ਅੰਦਰ। ਤੇ ਕਾਰੀ ਕੱਢੀ ਕਿਆ ਥੀ ਹੈ, ਇਹ ਲੀਕਾਂ ਕੱਢੀਆਂ ਬਾਹਰੋਂ ਕੀ ਕਰੂਗੀਆਂ, ਰੱਖੀ ਹੋਈ ਸੁਚਮਤਾ ਕੀ ਕਰੇਗੀ। ਜਾਂ ਚਾਰੇ ਬੈਠੀਆਂ ਨਾਲ, ਜਾਂ ਇਹ ਚਾਰੇ ਹੀ ਨਾਲ ਬੈਠੀਆਂ ਹੋਈਆਂ ਨੇ, ਦੱਸੋ ਉਹ ਜੀਵ ਦਾ ਹਿਰਦਾ ਸਚਿਆਰ ਹੋ ਜਾਵੇਗਾ। ਹਜੂਰ ਕਹਿੰਦੇ ਇਵੇਂ ਦਿਲ ਮਨ ਸੁੱਚਾ ਨਹੀਂ ਹੁੰਦਾ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ ਮਨ ਦੇ ਸੁਚਮਤਾ ਵਾਸਤੇ ਸ਼ਬਦ ਦੀ ਕਮਾਈ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣਾ ਪਵੇਗਾ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪਵੇਗਾ, ਫਿਰ ਅੰਦਰ ਦੀ ਇਹ ਗਤ ਸਾਧ ਸੰਗਤ ਜੀ ਸਾਰੀ ਸੁਧਰਦੀ ਹੈ। ਮਹਾਰਾਜ ਕਹਿੰਦੇ ਨੇ ਇਹ ਸਾਧ ਸੰਗਤ ਜੀ ਹੁਣ ਬਾਹਰੋਂ ਇਸ਼ਨਾਨ ਕਰ ਕਰਕੇ ਵੇਖੋ, ਜਿਵੇਂ ਉਹ ਕਬੀਰ ਜੀ ਦਾ ਬਚਨ ਆਉਂਦਾ ਏ, ਕਹਿੰਦੇ ਕਬੀਰ ਜੀ ਦੇ ਕੋਲ ਆਏ ਸਾਰੇ ਬ੍ਰਾਹਮਣ, ਕਹਿੰਦੇ ਚੱਲ ਕਬੀਰਾ ਤੂੰ ਇੱਥੇ ਬੈਠਾ ਉਪਦੇਸ਼ ਦੇਈਦਾ ਨਾ, ਤੈਨੂੰ 68 ਤੀਰਥਾਂ ਤੇ ਨਵਾ ਲਿਆਈਏ। ਕਬੀਰ ਜੀ ਕਹਿੰਦੇ ਭਾਈ ਸਾਡਾ ਤਾਂ ਭਜਨ ਹੀ 68 ਤੀਰਥ ਹੈ, ਤੁਸੀਂ ਉਹ ਬਾਹਲਾ ਜਿੱਦ ਕਰਨ ਲੱਗੇ। ਕਬੀਰ ਜੀ ਨੇ ਫਿਰ ਇੱਕ ਸਾਧ ਸੰਗਤ ਜੀ ਤੂੰਬੜੀ ਦਿੱਤੀ ਆਪਣੇ ਕੋਲੋਂ, ਤੂੰਬੀ ਉਹ ਦਿੱਤੀ, ਕਹਿਣ ਲੱਗੇ ਕਿ ਐਂ ਕਰੋ ਪੰਡਤ ਜੀ ਆ ਤੁਸੀਂ ਮੇਰੀ ਤੂੰਬੀ ਦਾ ਹੀ ਇਸ਼ਨਾਨ ਕਰਾ ਲਿਆਇਓ। ਕਹਿਣ ਲੱਗੇ ਚੰਗਾ ਕਬੀਰ ਤੇਰੀ ਮਰਜ਼ੀ ਹੈ। ਉਹ ਫਿਰ ਬੜਾ ਯਾਤਰਾ ਕਰਕੇ ਜਦੋਂ ਲੰਮੇ ਸਮੇਂ ਬਾਅਦ ਪਰਤੇ ਤੇ ਕਬੀਰ ਜੀ ਦੀ ਤੂੰਬੀ ਵਾਪਸ ਕਰਨੇ ਆਏ ਸਾਧ ਸੰਗਤ ਜੀ। ਤੇ ਫਿਰ ਜਦੋਂ ਵਾਪਸ ਕੀਤੀ ਤੇ ਕਬੀਰ ਜੀ ਪੁੱਛਦੇ ਆ ਕਿ ਭਈ ਸਾਡੀ ਤੂੰਬੀ ਦਾ ਇਸ਼ਨਾਨ ਕਰਾਇਆ ਸੀ। ਕਹਿੰਦੇ ਕਬੀਰਾ ਅਸੀਂ ਤਾਂ ਭਾਵੇਂ ਇੱਕ ਵਾਰ ਟੁੱਬਾ ਲਾਇਆ ਹੈ, ਤੇਰੀ ਤੂੰਬੀ ਦੇ 5-5 ਟੁੱਬੇ ਲਵਾਏ ਆ। ਕਹਿੰਦੇ ਮਹਾਰਾਜ ਬਹੁਤ ਧੰਨਵਾਦ ਆ ਫਿਰ ਤਾਂ। ਤੇ ਕਬੀਰ ਜੀ ਕਹਿੰਦੇ ਫਿਰ ਤੁਸੀਂ ਯਾਤਰਾ ਕਰਕੇ ਆਏ ਹੋ ਤੇ ਮਹਾਰਾਜ ਸਾਨੂੰ ਨਵਾਜੋ, ਪ੍ਰਸ਼ਾਦ ਹੀ ਛਕੋ ਕਿਤੇ ਸਾਡੇ ਕੋਲ। ਕਹਿਣ ਲੱਗੇ ਤਿਆਰ ਆ ਅਸੀਂ ਜਦੋਂ ਕਹੇ। ਤਾਂ ਕਬੀਰ ਜੀ ਨੇ ਉਹਨਾਂ ਦਾ ਪ੍ਰਸ਼ਾਦਾ ਵਰਜਿਆ ਤੇ ਉਹ ਕੌੜੀ ਤੂੰਬੀ ਦੀ ਚਟਣੀ ਬਣਾ ਕੇ ਵਰਤਾਈ ਨਾਲ। ਜਦੋਂ ਚਟਣੀ ਵਰਤਾਈ ਨਾ, ਜਿਹੜਾ ਮੂੰਹ ਚ ਪਾਵੇ ਥੂ 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 ਕਰੇ। ਉਹ ਕਹਿਣ ਲੱਗੇ ਕਬੀਰ ਤੂੰ ਲੰਗਰ ਚੰਗਾ ਛਕਾਇਆ ਸਾਨੂੰ, ਆ ਜ਼ਰੀਲੀ ਤੂੰਬੀ ਦੀ ਸਾਨੂੰ ਇਹ ਚਟਣੀ ਬਣਾ ਕੇ ਖਵਾਤੀ ਹੈ। ਕਬੀਰ ਜੀ ਕਹਿੰਦੇ ਭਾਈ ਇਹ ਕੌੜੀ ਹੈ ਅਜੇ ਤੱਕ, ਤੇ ਇਹਦੇ ਤੇ ਤੁਸੀਂ ਕਹਿੰਦੇ ਸੀ 5-5 ਟੁੱਬੇ ਲਵਾਏ ਆ, ਤੇ ਇਸ ਕਰਕੇ ਇਹ ਕਿਉਂ ਨਾ ਅਜੇ ਤੱਕ ਇਹਦਾ ਕੜਤਣ ਅੰਦਰੋਂ ਕਿਉਂ ਨਹੀਂ ਗਈ। ਸਾਰੇ ਪੰਡਤ ਤੇ ਸਮੇਂ ਲਾਜਵਾਬ ਸੀ, ਕੋਈ ਕੁਛ ਨਹੀਂ ਸੀ ਕਹਿ ਸਕਿਆ। ਇਹ ਸਾਧ ਸੰਗਤ ਜੀ ਉਹ ਤੀਰਥਾਂ ਤੇ ਨਹਾਉਣ ਕਰਕੇ ਕੇਵਲ ਬਾਹਰ ਦੀ ਸੁਚਮਤਾ ਦੇ ਨਾਲ ਅੰਦਰ ਜਿਹੜੀ ਵਿਸ਼ੇ ਕੁੜਤਣ ਭਰੀ ਹੋਈ ਹੈ ਨਾ, ਉਹ ਸਾਧ ਸੰਗਤ ਜੀ ਨਹੀਂ ਜਾਂਦੀ। ਵਿਸ਼ੇ ਕੁੜਤਣ ਸ਼ਬਦ ਦੀ ਕਮਾਈ ਨਾਲ ਮਰਦੀ ਹੈ। ਇਹ ਸਤਿਗੁਰਾਂ ਜੀ ਨੇ ਵੇਖੋ ਕਿੱਡਾ ਮਹਾਰਾਜ ਉੱਤਮ ਸਾਧਨ ਸਤਿਗੁਰੂ ਜੀ ਦੱਸ ਰਹੇ ਹੈ, ਤੇ ਕਿਹੋ ਜਿਹੇ ਕਰਮ ਕਾਂਡਾਂ ਵਿੱਚ ਦੁਨੀਆ ਫਸੀ ਹੋਈ ਸੀ। ਇਹਨਾਂ 'ਚ ਹੀ ਫਸੇ ਹੋਏ ਸੀ ਨਾ ਬ੍ਰਾਹਮਣ, ਕਿੰਨਾ ਦੁਨੀਆ ਨੂੰ ਭਰਮਾਂ ਵਿੱਚ ਪਾਇਆ ਹੋਇਆ ਸੀ। ਭਰਮ ਜਾਲ ਵਿੱਚੋਂ ਇਸ ਸੰਸਾਰ ਨੂੰ ਕੱਢਿਆ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੱਢਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿੱਧੋ ਇਹ ਜਿਹੜਾ ਬਾਹਰੀ ਕਰਨਾ ਹੈ ਨਾ, ਸਾਧਨ ਤਾਂ ਹੈ। ਫਿਰ ਮੈਂ ਬੇਨਤੀ ਕਰਦਿਆਂ ਸੁਚਮਤਾ, ਸੁੱਚੇ ਕੱਪੜੇ ਪਾਉਣੇ। ਜਦੋਂ ਹੁਣ ਹਜੂਰ ਦੀ ਹਜੂਰੀ ਵਿੱਚ ਆਈਦਾ ਹੈ, ਇਹ ਗੁਰੂ ਘਰ ਦੀ ਮਰਿਆਦਾ ਹੈ। ਸਰੀਰ ਦੀ ਸੁਚਮਤਾ ਕਰਕੇ ਸਾਧ ਸੰਗਤ ਜੀ ਜੰਗਲ ਮੈਦਾਨ ਕਿਰਿਆ ਹੋਵੇ ਤੇ ਫਿਰ ਵੀ ਇਸ਼ਨਾਨ ਕਰਕੇ ਹਜੂਰ ਦੀ ਹਜੂਰੀ ਵਿੱਚ ਆਈਦਾ ਹੈ। ਸੁੱਚੇ ਬਸਤਰ ਪਹਿਨ ਕੇ ਮਹਾਰਾਜ ਦੀ ਹਜੂਰੀ ਵਿੱਚ ਆਈਦਾ। ਇਹ ਨਹੀਂ ਕਿ 4-4 ਦਿਨ ਦੇ ਪਸੀਨੇ ਵਾਲੇ ਬਸਤਰ ਹੀ ਮਹਾਰਾਜ ਦੀ ਹਜੂਰੀ ਵਿੱਚ ਲੈ ਕਰਕੇ ਆਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵੀ ਮਰਿਆਦਾ ਬਖਸ਼ਿਸ਼ ਕੀਤੀ ਹੋਈ ਹੈ
ਕਿ ਭਾਈ ਪੂਜਾ ਪਾਠ ਕਰਨ ਲੱਗਿਆਂ, ਨਿਤਨੇਮ ਕਰਨ ਲੱਗਿਆਂ, ਇਹ ਇੱਕ ਅੰਗ ਵੈ ਕੇ ਸਰੀਰ ਦੀ ਸੁਚਮਤਾ ਚਾਹੀਦੀ ਹੈ। ਗੁਰਮੁਖ ਕੇਸੀ ਇਸ਼ਨਾਨ ਕਰਕੇ, ਸੁੱਚੇ ਬਸਤਰ ਪਹਿਨ ਕਰਕੇ ਰੋਜ਼ ਆਪਣਾ ਨਿਯਮ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ। ਸਾਧ ਸੰਗਤ ਜੀ ਬਾਹਰੋਂ ਇਸ਼ਨਾਨ ਕਰਕੇ ਫਿਰ ਅੰਦਰ ਦਾ ਇਸ਼ਨਾਨ ਕਰਦੇ ਆ। ਤੇ ਜੇ ਕੇਵਲ ਬਾਹਰੀ ਇਸ਼ਨਾਨ ਕਰ ਛੱਡੇ ਤੇ ਅੰਦਰਲਾ ਇਸ਼ਨਾਨ ਨਾ ਕਰੇ, ਫਿਰ ਮਹਾਰਾਜ ਕਹਿੰਦੇ ਮਨ ਨਹੀਂ ਸੁੱਚਾ ਹੁੰਦਾ। ਜੇ ਅੰਦਰਲਾ ਇਸ਼ਨਾਨ ਨਾ ਕੀਤਾ, ਅੰਦਰਲਾ ਇਸ਼ਨਾਨ ਤਾਂ ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸਤਿਗੁਰੂ ਜੀ ਕਹਿੰਦੇ ਇਹ ਭਾਈ ਅੰਦਰਲਾ ਇਸ਼ਨਾਨ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰਲਾ ਇਸ਼ਨਾਨ ਹੈ। ਅੰਦਰੋਂ ਸੁੱਧ ਹੋ ਸਕੀਦਾ ਹੈ। ਜੇ ਸਿੱਧੋ ਕਹੋ ਕਿ ਬਾਹਰੋਂ ਹੀ ਇਸ਼ਨਾਨ ਕਰਨ ਦੇ ਨਾਲ ਸੁੱਧ ਹੋ ਜਾਵਾਂਗੇ, ਹਜੂਰ ਕਹਿੰਦੇ ਇਉਂ ਭਾਈ ਸੁੱਧ ਨਹੀਂ ਹੋ ਸਕੀਦਾ। ਸੁੱਧ ਤਾਂ ਵਾਹਿਗੁਰੂ ਦੇ ਨਾਮ ਨਾਲ ਹੋਈਦਾ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਲੱਖ ਪ੍ਰਾਪਤ ਜਿਹੜੀਆਂ ਇਸ ਪ੍ਰਕਾਰ ਜਿਹੜੀ ਸੁੱਚ ਪਵਿੱਤਰਤਾ ਕਰ ਲਵੇ ਤਾਂ ਵੀ ਮਹਾਰਾਜ ਕਹਿੰਦੇ ਮਨ ਨਹੀਂ ਸੁੱਚਾ ਹੁੰਦਾ। ਇਸੇ ਪ੍ਰਕਾਰ ਹੀ ਸੋਚਾ ਸੋਚ ਨਾ ਹੋਵੇ। ਸਾਧ ਸੰਗਤ ਜੀ ਹੋਰ ਅਰਥ ਕਰਦੇ ਐ ਕਿ ਜਿਹੜੀ ਸੋਚਣਾ ਹੁੰਦਾ ਹੈ ਨਾ, ਫਿਕਰ ਕਰਨਾ, ਚਿੰਤਾ ਕਰਨੀ। ਸਤਿਗੁਰੂ ਜੀ ਕਹਿੰਦੇ ਚਿੰਤਾ ਕਰਨ ਦੇ ਨਾਲ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ, ਕੇਵਲ ਜੇ ਚਿੰਤਾ ਹੀ ਕਰੀ ਜਾਵੇ। ਸਾਧ ਸੰਗਤ ਜੀ ਜੇ ਫਿਕਰ ਹੀ ਕਰੀ ਜਾਵੇ ਤੇ ਇਸ ਪ੍ਰਕਾਰ ਸੋਚਾਂ ਨੂੰ ਸੋਚੀ ਜਾਵੇ। ਕਈ ਵਿਚਾਰਾਂ ਬਣਾਉਂਦੇ ਰਹਿੰਦੇ ਆ ਕਿ ਅੱਛਾ ਬਣਾਵਾਂਗੇ ਟਾਈਮ ਟੇਬਲ, ਕਰਿਆ ਕਰਾਂਗੇ ਬੰਦਗੀ, ਉਹ ਸਮਾਂ ਲੰਘਦਾ ਜਾ ਰਿਹਾ ਹੈ। ਕਬੀਰ ਜੀ ਨੂੰ ਪੁੱਛੀਏ, ਕਬੀਰ ਕਹਿੰਦੇ ਆ ਕਿ ਕਬੀਰ ਜੀ ਫਰਮਾਉਂਦੇ ਆ, ਕਬੀਰ ਕਾਲ ਕਰੰਤਾ ਅਬਹ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਰ ਪਰ ਆਵੈ ਕਾਲ। ਜਦੋਂ ਕਾਲ ਹੀ ਸਿਰ ਤੇ ਆ ਕੇ ਗੱਜ ਪਿਆ ਫਿਰ ਕੀ ਕਰੇਗਾ? ਜਿਹੜਾ ਕਾਲ ਕਰੰਤਾ ਅਬਹ ਕਰ, ਜਿਹੜੀ ਤੂੰ ਚੀਜ਼ ਸੋਚਦਾ ਕੱਲ ਕਰਨੀ ਹੈ ਉਹ ਅਬੇ ਹੁਣੇ ਕਰ। ਕਹਿੰਦੇ ਅਬ ਕਰਤਾ ਸੋਇ ਤਾਲ, ਕਹਿੰਦੇ ਜਿਹੜਾ ਹੁਣ ਕਰਦਾ ਹੁਣੇ ਕਰਦਾ। ਕਈ ਵਾਰੀ ਹੁੰਦਾ ਹੈ ਨਾ, ਮਨੁੱਖ ਸੋਚਦਾ ਹੈ ਅੱਛਾ ਪਾਠ ਕਰਾਂਗੇ ਸੁਖਮਨੀ ਸਾਹਿਬ ਦਾ, ਤੇ ਸਵੇਰ ਤੋਂ ਸੋਚਦਾ ਹੈ ਕੰਮਾਂ ਧੰਦਿਆਂ 'ਚ ਅੱਛਾ ਅੱਜ ਨਹੀਂ ਸਮਾਂ ਲੱਗਾ, ਚੱਲ ਕੱਲ ਨੂੰ ਕਰਾਂਗੇ। ਕੱਲ ਤੇ ਗੱਲ ਪੈ ਗਈ। ਕੱਲ ਫਿਰ ਸਾਧ ਸੰਗਤ ਜੀ ਕੱਲ ਦਾ ਨਾਮ ਕਾਲ ਦਾ ਨਾਮ ਹੈ। ਫਿਰ ਜਦੋਂ ਇਹ ਕਿਤੇ ਤਤਪਰ ਹੋਵੇ ਅੱਛਾ ਕਰਦੇ ਆ ਹੁਣੇ ਕਰਦਿਆਂ ਵੀ ਬੜਾ ਸਮਾਂ ਲੱਗ ਜਾਂਦਾ ਹੈ। ਕਬੀਰ ਜੀ ਕਹਿੰਦੇ ਅਬ ਕਰਤਾ ਸੋਏ ਤਾਲ, ਹੁਣੇ ਹੀ ਕਰਨ ਲੱਗ ਜਾ, ਸ਼ੀਘਰ ਕਾਲ ਹੀ ਉਸ ਨੂੰ ਸੰਪੂਰਨ ਕਰ। ਤੇ ਫਿਰ ਕਹਿੰਦੇ ਨੇ ਜੇ ਤੂੰ ਇਉਂ ਹੀ ਸੋਚਦਾ ਰਿਹਾ ਨਾ, ਪਾਛੈ ਕਛੂ ਨਾ ਹੋਏਗਾ, ਪਿੱਛੋਂ ਕੁਛ ਨਹੀਂ ਹੋ ਸਕਦਾ। ਜੋ ਸਰ ਪਰ ਆਵੈ ਕਾਲ, ਜਦੋਂ ਸਿਰ ਤੇ ਆ ਕੇ ਕਾਲ ਹੀ ਮੰਡਰਾਉਣ ਲੱਗ ਪਿਆ ਫਿਰ ਤੂੰ ਭਜਨ ਕਰ ਲੇਗਾ, ਫਿਰ ਭਜਨ ਨਹੀਂ ਕਰ ਸਕੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੇਵਲ ਭਾਈ ਸੋਚਾਂ ਨੂੰ ਨਾ ਸੋਚੀ ਜਾਵੋ। ਜੇ ਸੋਚੇ ਲੱਖ ਵਾਰ, ਜੇ ਲੱਖਾਂ ਵਾਰੀ ਭਾਵੇਂ ਇਹੋ ਜੀਆਂ ਸੋਚਾਂ ਕਰੀ ਜਾਵੋ, ਚਿੰਤਾ ਫਿਕਰਾਂ 'ਚ ਡੁੱਬੇ ਰਹੋ, ਸਤਿਗੁਰੂ ਜੀ ਕਹਿੰਦੇ ਭਾਈ ਫਿਰ ਤਾਂ ਵਾਹਿਗੁਰੂ ਦੀ ਸਾਖਿਆਤ ਤਾਂ ਨਹੀਂ ਹੋਵੇਗੀ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਹੋਰ ਸਾਰੀਆਂ ਸੋਚਾਂ ਦਾ ਜਿਹੜਾ ਹੈ ਤਿਆਗ ਕਰਕੇ ਵਾਹਿਗੁਰੂ ਦੇ ਭਜਨ ਦੇ ਵਿੱਚ ਜੁੜਨ ਦੇ ਨਾਲ ਹੀ ਉਹਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੋਰ ਸੋਚਾਂ ਵਿਚਾਰਾਂ ਦੇ ਨਾਲ, ਕਿਉਂਕਿ ਸਾਧ ਸੰਗਤ ਜੀ ਕਈ ਜੋ ਨਵੇਂ ਵਿਦਵਾਨ ਹੈ ਉਹਨਾਂ ਨੇ ਸੁੱਚ ਪਵਿੱਤਰਤਾ ਦੇ ਅਰਥ ਨੂੰ ਬਿਲਕੁਲ ਖੰਡਨ ਕੀਤਾ, ਪਰ ਇਹ ਸਾਧ ਸੰਗਤ ਜੀ ਖੰਡਨ ਨਹੀਂ ਹੋ ਸਕਦਾ। ਗੁਰਬਾਣੀ ਦੇ ਇੱਕ ਅਰਥ ਨਹੀਂ ਕਈ ਅਰਥ ਹੋ ਸਕਦੇ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬਹੁ ਪੱਖਾਂ ਤੋਂ ਉਪਦੇਸ਼ ਇਸ ਲੋਕਾਈ ਨੂੰ ਦਿੱਤਾ ਹੈ। ਫਿਰ ਵੀ ਜਿੰਨਾ ਕੁ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਤੋਂ ਪੁਰਖਿਆਂ ਨੇ ਕਮਾਈ ਕਰ ਕਰਕੇ ਜੋ ਸਾਡੇ ਵਡੇਰੇ ਹੋਏ ਆ, ਜਿਨ੍ਹਾਂ ਨੇ ਇੰਨੀਆਂ ਕਮਾਈਆਂ ਕੀਤੀਆਂ, ਬ੍ਰਹਮ ਨੂੰ ਪ੍ਰਾਪਤ ਹੋਏ, ਉਹਨਾਂ ਨੇ ਫਿਰ ਸਾਧ ਸੰਗਤ ਜੀ ਇਸ ਪਵਿੱਤਰ ਬਾਣੀ ਦੇ ਅਰਥ ਸਤਿਗੁਰਾਂ ਜੀ ਦੀ ਬਖਸ਼ੀ ਹੋਈ ਸੋਝੀ ਦੇ ਨਾਲ ਕੀਤੇ ਆ। ਤੋ ਗੁਰਬਾਣੀ ਦੇ ਅਰਥਾਂ ਤੋਂ ਆਪਾਂ ਆਪਣੇ ਜੀਵਨ ਦੀ ਸੇਧ ਪ੍ਰਾਪਤ ਕਰਨੀ ਹੈ ਤੇ ਸੇਧ ਪ੍ਰਾਪਤ ਕਰਕੇ ਉਹੋ ਜਿਹਾ ਜੀਵਨ ਜਿਉਣ ਦਾ ਯਤਨ ਕਰਨਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਭਾਈ ਫਿਕਰ ਚਿੰਤਾ ਦੇ ਨਾਲ ਵੀ ਜਿਹੜੀ ਹੈ ਨਾ, ਇਸ ਪ੍ਰਕਾਰ ਸੋਚਣ ਦੇ ਨਾਲ ਹੀ ਕੇਵਲ ਵਾਹਿਗੁਰੂ ਦੀ ਸਾਖਿਆਤ ਨਹੀਂ ਹੁੰਦੀ। ਚਾਹੇ ਲੱਖਾਂ ਵਾਰੀ ਕੋਈ ਬੈਠਾ ਚਿੰਤਾ ਫਿਕਰ ਕਰੀ ਜਾਵੇ, ਕੱਲਾ ਸੋਚੀ ਹੀ ਜਾਵੇ ਕਿ ਬੰਦਗੀ ਕਰਾਂਗੇ ਕਰੇ ਨਾ, ਤੇ ਫਿਰ ਮਹਾਰਾਜ ਕਹਿੰਦੇ ਭਾਈ ਇਉਂ ਸ਼ਾਂਤੀ ਨਹੀਂ ਮਿਲਦੀ ਆ। ਚੁੱਪ
ਚੁੱਪ ਨਾ ਹੋਵੇ। ਫਿਰ ਸਾਧ ਸੰਗਤ ਜੀ ਵੇਖੋ, ਪ੍ਰਤੱਖ ਬਾਹਰੋਂ ਚੁੱਪ ਕਰ ਜਾਵੇ ਤੇ ਮਨ ਨਹੀਂ ਜੇ ਚੁੱਪ ਕਰਦਾ, ਭਾਵੇਂ ਬਾਹਰੋਂ ਨਾ ਬੋਲੇ। ਹੁਣ ਇਹ ਦੂਸਰਾ ਅਰਥ ਸਮਝਣਾ, ਕਿਉਂਕਿ ਸਰੀਰ ਦੀ ਵੀ ਚੁੱਪ ਟੁੱਟ ਜਾਂਦੀ ਹੈ, ਇਸ ਜ਼ਬਾਨ ਦੀ ਚੁੱਪ ਟੁੱਟ ਜਾਂਦੀ ਹੈ। ਫਿਰ ਕਈ ਨਾ ਬਿਲਕੁਲ ਹੀ ਸਾਧ ਸੰਗਤ ਜੀ ਜਿਹੜਾ ਹੈ ਮੌਨ ਦਾ ਖੰਡਨ ਹੀ ਕਰਦੇ ਆ ਕਿ ਮੌਨ ਤਾਂ ਪਖੰਡ ਹੈ। ਪਖੰਡ ਨਹੀਂ ਸਾਧ ਸੰਗਤ ਜੀ, ਪਖੰਡ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਸਮਝਣਾ। ਇੱਕ ਸਾਧ ਸੰਗਤ ਜੀ ਗੁੰਗ ਮੌਨ ਹੁੰਦਾ, ਜਿਹੜੇ ਗੂੰਗੇ ਹੀ ਹੁੰਦੇ ਵਿਚਾਰੇ, ਬੋਲ ਹੀ ਨਹੀਂ ਸਕਦੇ। ਇੱਕ ਜੜ ਮੌਨ ਹੁੰਦਾ, ਉਹ ਮੂਰਖ ਹੁੰਦੇ ਆ। ਵਿਦਵਾਨਾਂ ਦੀ ਸਭਾ 'ਚ ਜਿੱਥੇ ਸਿਆਣੇ ਉਹ ਕਹਿੰਦੇ ਚੁੱਪ ਹੀ ਰਹੋ, ਬੇਇੱਜ਼ਤੀ ਕਰਾਉਣੀ ਹੈ, ਉਹਨੂੰ ਜੜ ਮੌਨ ਕਹਿੰਦੇ ਆ। ਫਿਰ ਸਾਧ ਸੰਗਤ ਜੀ ਕਾਸ਼ਟ ਮੌਨ ਹੁੰਦਾ, ਜਿਵੇਂ ਲੱਕੜ ਵੈ ਉਹ ਚੁੱਪ ਵੈ, ਹੱਠ ਕਰਕੇ ਜਿਹੜਾ ਹੈ ਉਹ ਸਾਧ ਸੰਗਤ ਜੀ ਮੌਨ ਰੱਖਦੇ ਆ। ਇਸ ਪ੍ਰਕਾਰ ਫਿਰ ਸਾਧ ਸੰਗਤ ਜੀ ਗਿਆਨ ਮੌਨ ਹੈ। ਗਿਆਨ ਮੌਨ ਹੁੰਦਾ ਹੈ ਕਿ ਵਾਹਿਗੁਰੂ ਨੂੰ ਆਪਣਾ ਆਪਾ ਜਾਣ ਕਰਕੇ ਸਭ ਦੇ ਅੰਦਰੋਂ ਫਿਰ ਚੁੱਪ ਹੋ ਜਾਂਦੇ ਆ। ਯਹ ਮਮ ਯਹ ਨਾਹਿ ਮਮ ਸਗਲ ਵਿਕਲਪ ਭਇ ਖੀਨ ਪਰਮਾਤਮ ਪੂਰਨ ਸਰਮ ਮਹਿ। ਇਹ ਸਮਝ ਕਰਕੇ ਜਾਨ ਮੌਨਤਾ ਲੀਨ। ਵਿਚਾਰ ਸਾਗਰ ਦੇ ਕਰਤਾ ਕਹਿੰਦੇ ਨੇ ਪਹਿਲੋਂ ਕੀ ਹੈ ਕਿ ਆ ਮੇਰਾ, ਆ ਬਗਾਨਾ ਹੈ, ਆ ਉਹਦਾ, ਆ ਮੇਰਾ ਹੈ। ਇਹ ਸਾਧ ਸੰਗਤ ਜੀ ਜਦੋਂ ਸਭ ਕੁਝ ਖਤਮ ਹੋ ਜਾਵੇ, ਸਗਲ ਵਿਕਲਪ ਭਏ ਖੀਨ, ਸਾਰੇ ਹੀ ਵਿਕਲਪ ਮੁੱਕ ਜਾਣ, ਕੋਈ ਫੁਰਨਾ ਹੀ ਨਾ ਰਹੇ, ਤੇ ਫਿਰ ਪਰਮਾਤਮ ਪੂਰਨ ਸਰਬ ਮੈਂ, ਵਾਹਿਗੁਰੂ ਸਭ ਦੇ ਅੰਦਰ ਪੂਰਨ ਦਿਸ ਪਵੇ, ਜਾਨ ਮੌਨਤਾ ਲੀਨ, ਉਹਨੂੰ ਗਿਆਨ ਮੌਨ ਕਹਿੰਦੇ ਆ। ਸਭ ਦੇ ਅੰਦਰ ਵਾਹਿਗੁਰੂ ਨੂੰ ਵੇਖ ਕਰਕੇ ਉਹ ਸਾਧ ਸੰਗਤ ਜੀ ਚੁੱਪ ਹੋ ਜਾਂਦੇ, ਆਨੰਦਿਤ ਹੋ ਜਾਂਦੇ। ਗੱਲ ਤਾਂ ਕਿਸੇ ਦੂਸਰੇ ਨਾਲ ਕਰਨੀ ਹੁੰਦੀ ਹੈ ਨਾ, ਜਦੋਂ ਦੂਸਰਾ ਭਾਸਦਾ ਹੀ ਕੋਈ ਨਹੀਂ, ਫਿਰ ਉਹਨਾਂ ਗੱਲ ਹੀ ਕੀ ਕਰਨੀ ਹੈ। ਤੇ ਗੁਰਮੁਖਾਂ ਦਾ ਮੌਨ ਹੁੰਦਾ ਸਾਧ ਸੰਗਤ ਜੀ, ਉਹ ਥੋੜਾ ਬੋਲਦੇ ਆ। ਜਦੋਂ ਬੋਲਦੇ ਆ ਸਤਿਗੁਰਾਂ ਜੀ ਦੀ ਬਾਣੀ ਬੋਲਦੇ ਆ, ਨਾਮ ਬੋਲਦੇ ਆ। ਮਹਾਰਾਜ ਨੇ ਕਿਹਾ ਨਾ, ਬੋਲ ਹਰ ਨਾਮ ਸਫਲ ਸਾ ਘੜੀ। ਉਥੇ ਸਤਿਗੁਰੂ ਜੀ ਕਹਿੰਦੇ ਬੋਲ ਭਾਈ, ਨਾਮ ਨੂੰ ਬੋਲ, ਤੇਰੀ ਉਹ ਘੜੀ, ਤੇਰਾ ਉਹ ਸਮਾਂ ਸਫਲ ਹੋ ਜਾਵੇਗਾ। ਇਸ ਕਰਕੇ ਸਾਧ ਸੰਗਤ ਜੀ ਇਹ ਮੌਨ ਦਾ ਭੇਦ ਸਮਝਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਚੁੱਪੈ ਚੁੱਪ ਨਾ ਹੋ ਬਈ। ਜੇ ਬਾਹਰੋਂ ਹੁਣ ਕੋਈ ਮੌਨ ਜਿਹੜੇ ਪਹਿਲੇ ਦੱਸੇ ਆ ਉਹੋ ਜੇ ਹੱਠ ਮੌਨ ਰੱਖ ਲਵੇ ਤੇ ਮਨ ਚੁੱਪ ਕਰ ਜਾਂਦਾ? ਮਨ ਨਹੀਂ ਚੁੱਪ ਕਰਦਾ, ਅੰਦਰ ਹੀ ਅੰਦਰ ਕਿੰਨੇ ਦੇ ਕਿੰਨੇ ਫੁਰਨੇ ਚੱਲਦੇ ਹੀ ਰਹਿੰਦੇ ਐ। ਸਾਧ ਸੰਗਤ ਜੀ ਉਤਰਾ ਚੜਾ ਮਨ ਦੇ ਅੰਦਰ ਆਉਂਦੇ ਹੀ ਰਹਿੰਦੇ ਐ ਤੇ ਕਈਆਂ ਬੁਣਤੀਆਂ ਨੂੰ ਬੁਣਦਾ ਫਿਰ ਉਧੇੜਦਾ ਹੈ। ਇਸ ਤਰ੍ਹਾਂ ਸਲਾਹਾਂ ਮਨ ਦੇ ਨਾਲ ਹੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਭਾਈ ਇਹਦੀ ਇਹ ਹਾਲਤ ਹੈ, ਪਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰਖਿਰ ਹਾਸਤਾ। ਬਿਨਾਂ ਹੀ ਚਿਹਰੇ ਤੋਂ ਅੰਦਰ ਹੀ ਖਿੜਖੜਾ ਕੇ ਹੱਸਦਾ ਤੇ ਬਿਨਾਂ ਪੈਰਾਂ ਤੋਂ ਸਾਧ ਸੰਗਤ ਜੀ ਵੇਖੋ ਕਿੰਨਾ ਦੇਸ਼ਾਂ ਦੇਸ਼ਾਂਤਰਾਂ 'ਚ ਲੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇਖੋ ਬਾਹਰੋਂ ਚੁੱਪ ਕਰ ਗਿਆ ਪਰ ਅੰਦਰੋਂ ਮਨ ਨਹੀਂ ਚੁੱਪ ਕੀਤਾ ਹੈ। ਮਨ ਤਾਂ ਕਈ ਪ੍ਰਕਾਰ ਦੇ ਫੁਰਨੇ ਉਠਾਈ ਜਾਂਦਾ। ਇਸ ਕਰਕੇ ਸਤਿਗੁਰਾਂ ਜੀ ਨੇ ਭਾਈ ਆਗਿਆ ਕੀਤੀ ਹੈ। ਮਹਾਰਾਜ ਜੀ ਦਾ ਇਹ ਉਪਦੇਸ਼ ਹੈ। ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਉਚਾਰ ਰਹੇ ਸੀ ਨਾ, ਉਦੋਂ ਸਾਧ ਸੰਗਤ ਜੀ ਉਹ ਕਾਨਾ ਤੇ ਪੀਲੂ ਵੀ ਆਏ ਸੀ ਤੇ ਉਹਨਾਂ ਵਿੱਚੋਂ ਇੱਕ ਨੇ ਆਪਣੀ ਕਵਿਤਾ ਗਾਈ। ਕਹਿੰਦੇ ਮਹਾਰਾਜ ਸਾਡੀ ਵੀ ਬਾਣੀ ਲਿਖੋ। ਹਜੂਰ ਕਹਿੰਦੇ ਭਾਈ ਜ਼ਰੂਰ, ਸਭ ਨੂੰ ਮਾਣ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ, ਤੁਸੀਂ ਵੀ ਦੱਸੋ। ਉਹ ਕਹਿੰਦਾ ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾਵੇ ਅੜਿਆ ਚੁੱਪ। ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਸਾਡੇ ਘਰ ਦਾ ਸਿਧਾਂਤ ਨਹੀਂ। ਜੇ ਚੁੱਪ ਹੀ ਰਹਿਣਾ ਤੇ ਪੱਥਰ ਚੁੱਪ ਨੇ, ਕਈ ਜੂਨਾ ਹੁਣ ਦਰਖਤ ਚੁੱਪ ਨੇ, ਉਹ ਬੋਲਦੇ ਨਹੀਂ। ਆਪਣੀ ਭਾਸ਼ਾ ਉਹਨਾਂ ਦੀ ਹੋਵੇਗੀ ਕਿਉਂਕਿ ਅੱਜ ਖੋਜ ਬਹੁਤ ਹੋ ਚੁੱਕੀ ਹੈ। ਸਾਇੰਸ ਕਹਿੰਦੀ ਆ ਰੁੱਖ ਵੀ ਬੋਲਦੇ ਪਰ ਆਪਣੀ ਭਾਸ਼ਾ 'ਚ ਬੋਲਦੇ ਆ। ਮਨੁੱਖ ਵਾਸਤੇ ਤਾਂ ਚੁੱਪ ਹੈ ਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਸਾਡਾ ਇਹ ਸਿਧਾਂਤ ਹੈ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਡੇ ਘਰ ਦਾ ਸਿਧਾਂਤ ਹੈ। ਜਦੋਂ ਤੱਕ ਸੰਸਾਰ 'ਚੋਂ ਜੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਪ ਕਰ ਜਾਂਦੇ ਤੇ ਕਿੱਡਾ ਭਲਾ ਹੋਣਾ ਸੀ ਸਾਧ ਸੰਗਤ ਜੀ ਲੁਕਾਈ ਦਾ। ਹਜੂਰ ਨੇ ਆਪਣੀ ਰਸਨਾ ਤੋਂ ਸ਼ਾਂਤੀ ਵਰਤਾਈ ਹੈ। ਸਤਨਾਮ ਪੜ ਮੰਤਰ ਸੁਣਾਇਆ, ਸੱਚਾ ਨਾਮ ਮਹਾਰਾਜ ਨੇ ਇਹੋ ਜਿਹਾ ਸਤਿਗੁਰਾਂ ਜੀ ਨੇ ਜਲ ਦਾ ਛੱਟਾ ਮਾਰਿਆ ਕਿ ਬਲ ਦਾ ਕਲਯੁਗ ਸ਼ਾਂਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਵੇਖੋ ਮੁਖ ਤੋਂ ਬੋਲਣ ਦੇ ਨਾਲ। ਸਾਧ ਸੰਗਤ ਜੀ ਜਿਸ ਬੋਲਣ ਦੇ ਨਾਲ ਕਿਸੇ ਦਾ ਦਿਲ ਟੁੱਟ ਜੇ ਉਹ ਨਹੀਂ ਬੋਲਣਾ ਚਾਹੀਦਾ। ਫਿੱਕਾ ਬੋਲ ਵਿਗੁਚਣਾ, ਮਹਾਰਾਜ ਕਹਿੰਦੇ ਫਿੱਕਾ ਬੋਲ ਨਹੀਂ ਕਦੇ ਬੋਲਣਾ ਚਾਹੀਦਾ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ।
ਬੋਲ ਬੋਲ ਕੇ ਫਿੱਕਾ ਕਿਸੇ ਦਾ ਦਿਲ ਨਹੀਂ ਢਾਉਣਾ ਚਾਹੀਦਾ। ਤੇ ਸਾਧ ਸੰਗਤ ਜੀ ਜਿਹੜੇ ਮਿੱਠੇ ਬੋਲ ਹੈ ਨਾ, ਗੁਰਮੁਖ ਬੋਲ ਬੋਲਦੇ ਮਿੱਠਾ ਮਿੱਠਾ ਬੋਲ ਗੁਰਬਾਣੀ ਦਾ ਬੋਲ ਬੋਲਣਾ ਚਾਹੀਦਾ। ਆਓ ਜੀ ਮਹਾਰਾਜ ਜੀ ਇਹ ਸਤਿਕਾਰ ਦੇਣਾ ਚਾਹੀਦਾ ਭਾਈ। ਗੁਰਸਿੱਖਾਂ ਦਾ ਮਾਣ ਗੁਰੂ ਸਾਹਿਬ ਦਾ ਰੂਪ ਜਾਣ ਕੇ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਗਰੀਬ ਨਵਾਜ ਕੇ ਸਿੱਧੋ, ਜੇ ਬਾਹਰੋਂ ਮੌਨ ਰੱਖੋਗੇ ਤੇ ਮੌਨ ਰੱਖਣ ਦੇ ਨਾਲ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਦਿਲ ਹੈ ਨਾ ਇਹਦੀ ਮੌਨ ਨਹੀਂ ਰਹਿੰਦੀ ਹੈ। ਇਹ ਦਿਲ ਅੰਦਰੋਂ ਜਿਹੜਾ ਮਨ ਹੈ ਸੰਕਲਪ ਉਠਾਉਣੋਂ ਨਹੀਂ ਹਟਦਾ, ਇਹ ਚੁੱਪ ਨਹੀਂ ਕਰਦਾ। ਜੇ ਲਾਏ ਰਹਾ ਲਿਵਤਾਰ, ਭਾਵੇਂ ਮਹਾਰਾਜ ਕਹਿੰਦੇ ਤੇਲ ਧਾਰਾ ਦੀ ਤਰ੍ਹਾਂ ਕੋਈ ਚੁੱਪ ਵਟ ਕਰਕੇ ਰੱਖੇ, ਮੌਨ ਧਾਰ ਕਰਕੇ ਰੱਖੇ, ਤਾਂ ਵੀ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਨਾ ਅੰਦਰੋਂ ਮਨ ਜਿਹੜਾ ਉਹ ਚੁੱਪ ਨਹੀਂ ਕਰਦਾ, ਭਾਵੇਂ ਉਹ ਕਿੰਨਾ ਧਿਆਨੀ ਵੀ ਕਿਉਂ ਨਾ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਜਿਹੜਾ ਮਨ ਹੈ ਉਹ ਫੁਰਨੇ ਕਰਨੋਂ ਨਹੀਂ ਹਟਦਾ ਹੈ, ਮਨ ਦੇ ਫੁਰਨੇ ਨਹੀਂ ਰੁਕਦੇ ਹਨ। ਭੁੱਖਿਆ ਭੁੱਖ ਨਾ ਉਤਰੇ। ਹੁਣ ਹਜੂਰ ਕਹਿੰਦੇ ਭਾਈ ਜਿਹੜਾ ਭੁੱਖਾ ਇਹਦਾ ਹੁਣ ਤ੍ਰਿਸ਼ਨਾਲੂ ਸਮਝਣਾ, ਕਿਉਂਕਿ ਤ੍ਰਿਸ਼ਨਾ ਵੀ ਭੁੱਖ ਦਾ ਹੀ ਦਰਜਾ ਹੈ ਨਾ, ਰਾਜੀ ਨਹੀਂ ਆਉਂਦਾ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਵਿਰਲੇ ਪੁਰਸ਼ ਦੀ ਤ੍ਰਿਸ਼ਨਾ ਬੁਝਦੀ ਹੈ। ਤੇ ਸਾਧ ਸੰਗਤ ਜੀ ਜਿਹੜਾ ਤ੍ਰਿਸ਼ਨਾਲੂ ਹੈ ਨਾ, ਹਜੂਰ ਕਹਿੰਦੇ ਨੇ ਕਿ ਜਿਹੜਾ ਤੁਸੀਂ ਵਰਤ ਰੱਖਣ ਦਾ ਦੱਸਦੇ ਹੋ ਤੇ ਇਹ ਤਾਂ ਤ੍ਰਿਸ਼ਨਾ ਜਾਗਦੀ ਹੈ ਸਗੋਂ ਅੰਦਰ। ਜਦੋਂ ਵਰਤ ਰੱਖਦੇ ਆ ਕੀ ਹੁੰਦਾ ਹੈ, ਪਹਿਲਾਂ ਤਾਂ ਕਸ਼ਟ ਦਿੰਦੇ ਆ ਸਰੀਰ ਨੂੰ, ਭਾਵੇਂ ਕਿ ਇਸਲਾਮ ਮਤ ਵਿੱਚ ਵੀ ਵੇਖੋ ਰੋਜੇ ਆ ਸਾਧ ਸੰਗਤ ਜੀ। ਔਰ ਸਤਿਗੁਰੂ ਜੀ ਨੇ ਭਾਵੇਂ ਕਿਸੇ ਧਰਮ ਵਿੱਚ ਹੋਵੇ ਪਖੰਡ ਦਾ ਨਾਸ਼ ਕੀਤਾ ਤੇ ਸੱਚ ਦਾ ਪ੍ਰਕਾਸ਼ ਕੀਤਾ ਹਜੂਰ ਨੇ। ਤੇ ਜਿਹੜਾ ਸਾਧ ਸੰਗਤ ਜੀ ਵੇਖੋ ਵਰਤ ਰੱਖਣਾ ਹੈ ਨਾ, ਕਬੀਰ ਜੀ ਨੇ ਕਿਹਾ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ, ਗਦਹੀ ਹੋਏ ਕਾ ਅਵਤਰੈ ਭਾਰ ਸਹੈ ਮਨ ਚਾਰ। ਐਡਾ ਵੱਡਾ ਉਹਨੂੰ ਸਾਧ ਸੰਗਤ ਜੀ ਕਸ਼ਟ ਲੱਗਦਾ ਹੈ ਤਾਂ ਇਹ ਹੁਣ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਤੇ ਸਰੀਰ ਨੂੰ ਕਸ਼ਟ ਦੇ ਕਰਕੇ ਜਿਹੜੇ ਵਰਤ ਆਦਿਕ ਰੱਖਣੇ ਆ ਉਹਨਾਂ ਦਾ ਖੰਡਨ ਕੀਤਾ ਹੋਇਆ ਹੈ ਕਿ ਇਹਨਾਂ ਦੇ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ, ਸਗੋਂ ਤ੍ਰਿਸ਼ਨਾ ਵੱਧਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੁੰਦਾ ਨਾ, ਉਹਦੀ ਭੁੱਖ ਜਿਹੜੀ ਹੈ ਕਿੰਨੇ ਪਦਾਰਥ ਦੇ ਦਿਓ, ਉਹਦੀ ਪਦਾਰਥਾਂ ਦੀ ਪ੍ਰਾਪਤੀ ਦੇ ਨਾਲ ਤ੍ਰਿਸ਼ਨਾ ਨਹੀਂ ਬੁਝਦੀ, ਉਹ ਰੱਜਦਾ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਆ ਭੁੱਖ ਨਾ ਉਤਰੇ। ਤ੍ਰਿਸ਼ਨਾਲੂ ਦੀ ਮਹਾਰਾਜ ਕਹਿੰਦੇ ਭਾਈ ਤ੍ਰਿਸ਼ਨਾ ਨਹੀਂ ਬੁਝਦੀ, ਭੁੱਖ ਨਹੀਂ ਉਤਰਦੀ। ਜੇ ਬੰਨਾ ਪੁਰੀਆਂ ਪਹਾਰ, ਚਾਹੇ ਮਹਾਰਾਜ ਕਹਿੰਦੇ ਭਾਈ ਸਾਰਾ ਹੀ ਪੁਰੀਆਂ ਦਾ ਭਾਰ ਬੰਨ ਬੰਨ ਕੇ ਸਤਿਗੁਰੂ ਜੀ ਕਹਿੰਦੇ ਭਾਈ ਦੇ ਦਿਓ, ਭਾਵੇਂ ਸਾਰਾ ਰਾਜ ਹੀ ਧਰਤੀ ਦਾ ਦੇ ਦਿਓ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਦੁਖੀ ਹੋਵੇਗਾ ਸੁਖੀ ਨਹੀਂ ਹੋ ਸਕਦਾ। ਸਾਧ ਸੰਗਤ ਜੀ ਤ੍ਰਿਸ਼ਨਾ ਜਿਹੜੀ ਹੈ ਨਾ, ਵੇਖੋ ਹੁਣ ਜੇ ਅੱਗ ਬਲਦੀ ਹੋਵੇ, ਅੱਗ ਦਾ ਦਰਦਾ ਤ੍ਰਿਸ਼ਨਾ ਨੂੰ ਦਿੰਦੇ ਆ, ਤੇ ਉਹਦੇ ਵਿੱਚ ਲੱਕੜਾਂ ਹੋਰ ਪਾਉਣ ਨਾਲ ਅੱਗ ਬਹੁਤੀ ਭਾਂਬੜ ਮੱਚਦੇ ਆ ਜਾਂ ਘਟਦੀ ਹੈ, ਹੋਰ ਮੱਚ ਪੈਂਦੀ ਹੈ। ਜਿਹੜਾ ਤ੍ਰਿਸ਼ਨਾ ਦੇ ਨਾਲ ਇਹ ਸਮਝਦਾ ਹੈ ਨਾ ਇੰਨੇ ਪਦਾਰਥ ਮਿਲ ਗਏ ਤੇ ਬਸ ਫਿਰ ਆਪਾਂ ਕੁਛ ਨਹੀਂ ਹੋਰ ਇੱਛਾ ਕਰਨੀ, ਫਿਰ ਸਾਧ ਸੰਗਤ ਜੀ ਹੋਰ ਭਾਂਬੜ ਮੱਚ ਪੈਂਦੇ ਆ ਤੇ ਉਹ ਲੱਖਾਂ ਨੂੰ ਫਿਰ ਕਰੋੜਾਂ ਨੂੰ, ਇਸ ਤਰ੍ਹਾਂ ਇਹ ਬੁਝਦੀ ਨਹੀਂ ਤ੍ਰਿਸ਼ਨਾ, ਅੱਗੇ ਤੋਂ ਅੱਗੇ ਤੁਰੀ ਰਹਿੰਦੀ ਹੈ। ਉਹਦੇ ਤੇ ਉਹ ਮਹਾਂਪੁਰਖਾਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ ਹੋਇਆ, ਕਹਿੰਦੇ ਉਹ ਸ਼ਿਵ ਜੀ ਦਾ ਉਪਾਸ਼ਕ ਸੀਗਾ, ਉਹਨੇ ਕਿਹਾ ਸ਼ਿਵਾ ਨੂੰ ਮਹਾਰਾਜ ਮੈਨੂੰ ਧਨ ਬਖਸ਼ੋ। ਸ਼ਿਵਾ ਝੱਟ ਕਹਿੰਦੇ ਭੋਲੇਨਾਥ ਪ੍ਰਗਟ ਹੋ ਜਾਂਦੇ ਆ, ਕਹਿਣ ਲੱਗੇ ਲੈ, ਉਹਨੂੰ 4 ਬੱਤੀਆਂ ਦਿੱਤੀਆਂ, ਕਹਿੰਦੇ ਆ ਪਹਿਲੀ ਮੋਮਬੱਤੀ ਜਗਾ ਕਰਕੇ ਨਾ ਇੱਕ ਪਹਿਲੀ ਉੱਤਰ ਦਿਸ਼ਾ ਨੂੰ ਜਾਵੀਂ, ਜਿੱਥੇ ਬੁਝ ਜੇਗੀ ਤੈਨੂੰ ਉੱਥੋਂ ਧਨ ਮਿਲੇਗਾ ਤੇ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰ ਲਈ। ਜੇ ਤੈਨੂੰ ਨਾ ਹੀ ਸ਼ਾਂਤੀ ਆਈ ਉਹਨੇ ਧਨ ਨਾਲ ਤੇ ਫਿਰ ਦੂਸਰੀ ਜਗ੍ਹਾ ਲਈ, ਦੂਸਰੀ ਜਗ੍ਹਾ ਨੂੰ ਤੁਰ ਜਾਈ, ਦੂਸਰੀ ਦਿਸ਼ਾ 'ਚ ਜਦੋਂ ਜਾਵੇਂਗਾ ਜਿੱਥੇ ਬੁਝ ਜੇਗੀ ਉੱਥੇ ਵੀ ਧਨ ਮਿਲੇਗਾ ਤੇ ਉਹਦੇ ਨਾਲ ਫਿਰ ਸਾਰ ਲਈ ਆਪਣਾ। ਤੇ ਜੇ ਤੇਰਾ ਉਹਦੇ ਨਾਲ ਵੀ ਨਾ ਸਰਿਆ ਨਾ, ਫਿਰ ਤੀਸਰੀ ਜਗ੍ਹਾ ਲਈ ਤੇ ਤੀਸਰੀ ਜਗ੍ਹਾ ਕਰਕੇ ਫਿਰ ਉੱਥੇ ਤੈਨੂੰ ਜਿੱਥੇ ਬੁਝੇਗੀ ਧਨ ਬੜਾ ਮਿਲੇਗਾ ਤੇ ਐਂ ਕਰੀ ਫਿਰ ਉਹਦੇ ਨਾਲ ਹੀ ਸਾਰੀ, ਚੌਥੀ ਨਾ ਜਗਾਈ, ਚੌਥੀ ਵੱਲ ਨੂੰ ਨਾ ਜਾਈ। ਕਹਿੰਦਾ ਮਹਾਰਾਜ ਚੰਗਾ। ਉਹਨੇ ਪਹਿਲੀ ਜਗਾਈ ਤੇ ਉੱਥੇ ਪੈਸੇ ਲੱਭੇ, ਬੜਾ ਖੁਸ਼ ਹੋਇਆ, ਮਿੱਟੀ ਪਾਤੀ ਉਹਨੇ, ਕਹਿੰਦਾ ਇਹ ਤੇ ਹੁਣ ਸਾਨੂੰ ਪਤਾ ਹੈ ਨਾ ਇਹਦਾ, ਚੱਲ ਮਨਾ ਦੂਸਰੀ ਜਗਾਈਏ। ਉਹ ਦੂਸਰੀ ਜਗਾਈ, ਉੱਥੇ ਆ ਕਰਕੇ ਰੁਪਈਏ ਲੱਭੇ, ਕਹਿੰਦਾ ਲੈ ਸ਼ਿਵ ਜੀ ਨੇ ਕਿਹਾ ਸੀ ਉਹਨੇ ਨਾਲ ਸੰਤੋਖ ਕਰੀ ਤੇ ਇੱਥੇ ਤੇ ਰੁਪਈਏ ਆ। ਤੇ ਫਿਰ ਉਹਨੇ ਸੋਚਿਆ ਬਾਅਦ 'ਚ ਕੱਢਾਂਗੇ, ਤੀਸਰੀ ਵੀ ਵੇਖ ਆਈਏ, ਲਾਲਚ ਹੋਰ ਵੱਧ ਗਿਆ। ਜਦੋਂ ਤੀਸਰੀ ਜਗਾਈ ਨਾ ਜਾ ਕੇ ਬੁੱਝ ਗਈ ਤੇ ਉੱਥੇ ਜਦੋਂ ਪੁੱਟਿਆ ਸੋਨੇ ਦੀਆਂ ਮੋਹਰਾਂ, ਬੜਾ ਹੈਰਾਨ ਹੋਇਆ ਕਿ ਜੇ ਉੱਥੇ ਦੂਜੀ ਥਾਂ ਤੇ ਹੀ ਰੁਕ ਜਾਂਦਾ ਤੇ ਆਹ ਕਿੱਥੋਂ ਲੱਭਣਾ ਸੀ ਖਜ਼ਾਨਾ।
ਕਹਿਣ ਲੱਗਾ ਮਨਾ ਰੋਕਿਆ ਸੀ ਪਰ ਚਲੀਏ ਜਗਾਈਏ, ਕੀ ਹੋ ਚੱਲਿਆ ਚੌਥੀ ਨੂੰ ਵੀ। ਚੌਥੀ ਵੀ ਜਗਾ ਕੇ ਤੁਰ ਪਿਆ ਤੇ ਜਦੋਂ ਤੁਰਿਆ ਅੱਗੇ ਸਾਧ ਸੰਗਤ ਜੀ ਜਦੋਂ ਬੁੱਝੀ ਮੋਮਬੱਤੀ ਤੇ ਉਸਨੇ ਵੇਖਿਆ ਬੜਾ ਉੱਥੇ ਤੇ ਬੜਾ ਵੱਡਾ ਖਜ਼ਾਨਾ ਹੈ ਤੇ ਇੱਕ ਦਰਵਾਜ਼ਾ ਦਿਸਿਆ, ਧੱਕਾ ਮਾਰਿਆ, ਖੁੱਲ ਗਿਆ, ਅੰਦਰ ਹੀਰੇ ਜਵਾਹਰਾਤ ਵੈ। ਕਹਿੰਦਾ ਲੈ ਚੌਥੀ ਕਹਿੰਦਾ ਸੀ ਜਾਵੀਂ ਨਾ, ਜਿੱਥੇ ਏਡਾ ਖਜ਼ਾਨਾ ਸੀ ਉੱਥੇ ਮੈਨੂੰ ਰੋਕ ਰਿਹਾ ਸੀ। ਅੱਗੇ ਵੇਖਿਆ ਥੰਮ ਦੇ ਥੱਲੇ ਸਿਰ ਦਿੱਤਾ ਇੱਕ ਮਨੁੱਖ, ਕਹਿੰਦਾ ਆ ਭਈ ਆਪ ਬੜੀ ਕਾਹਲੀ ਨਾਲ, ਕਹਿੰਦਾ ਛੇਤੀ ਆਪਾਂ ਇਹ ਖਜ਼ਾਨਾ ਫਿਰ ਲੈ ਕੇ ਚੱਲਾਂਗੇ। ਉਹਨੇ ਬੜੀ ਛੇਤੀ ਨਾਲ ਸੋਚਿਆ ਨਹੀਂ, ਉਹਦੇ ਥੰਮਲੇ ਥੱਲੇ ਜਾ ਸਿਰ ਦਿੱਤਾ। ਉਹ ਲੈ ਕੇ ਜਦੋਂ ਕੁਝ ਤੁਰਨ ਲੱਗਾ ਕਹਿੰਦਾ ਕਿੱਧਰ ਚੱਲਿਆ, ਮੈਨੂੰ ਕੌਣ ਛਡਾਊਗਾ? ਕਹਿੰਦਾ ਜਿਹੜਾ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਹੋਊ ਉਹ ਤੈਨੂੰ ਛਡਾਊ ਆ ਕੇ। ਹੁਣ ਜਿਵੇਂ ਤੂੰ ਮੈਨੂੰ ਕੱਢਿਆ ਇੱਥੋਂ, ਇਵੇਂ ਉਹ ਤੇਰੇ ਤੋਂ ਵੱਧ ਹੀ ਕੋਈ ਹੋਇਆ ਉਹ ਹੀ ਕੱਢੂਗਾ ਆ ਕੇ, ਨਹੀਂ ਤੇ ਇੱਥੇ ਟਾਈਮ ਪਾਸ ਕਰ। ਹੁਣ ਇਹ ਸਾਧ ਸੰਗਤ ਜੀ ਕਿੱਡਾ ਵੱਡਾ ਕੋਈ ਧਰਤੀ ਦਾ ਹੀ ਸਾਰਾ ਖਜ਼ਾਨਾ ਦੇ ਦਿਓ ਨਾ ਤਾਂ ਵੀ ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੁਸੀਂ ਵਰਤ ਰੱਖਣ ਨਾਲ ਸਚਿਆਰ ਹੋਇਆ ਕਹਿੰਦੇ ਹੋ, ਇਹਦੇ ਨਾਲ ਤੇ ਸਗੋਂ ਅੰਦਰ ਹੋਰ ਅੱਗ ਜਿੱਥੇ ਪੇਟ ਦੀ ਭੜਕਦੀ ਹੈ, ਮਹਾਰਾਜ ਕਹਿੰਦੇ ਪ੍ਰਤੱਖ ਬਾਹਰੋਂ ਵੀ ਭਾਈ ਤ੍ਰਿਸ਼ਨਾ ਦੇ ਨਾਲ ਕਦਾਚਿਤ ਵੀ ਜੀਵ ਨੂੰ ਸੰਤੋਖ ਨਹੀਂ ਆਉਂਦਾ, ਜਿੰਨੇ ਮਰਜੀ ਪਦਾਰਥ ਜਿਹੜੇ ਆ ਉਹ ਪ੍ਰਾਪਤ ਹੋ ਜਾਣ। ਇਸੇ ਪ੍ਰਕਾਰ ਪੜਿਓ। ਭੁੱਖਿਆ ਭੁੱਖ ਨਾ ਉਤਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਤ੍ਰਿਸ਼ਨਾ ਵਾਲੇ ਆ ਉਹ ਤ੍ਰਿਸ਼ਨਾ ਕਰਦੇ ਰਹਿੰਦੇ ਆ, ਤ੍ਰਿਸ਼ਨਾ ਕਦੇ ਉਤਰਦੀ ਨਹੀਂ ਹੈ। ਜੇ ਬੰਨਾ ਪੁਰੀਆਂ ਭਾਰ। ਪੁਰੀਆਂ ਸਾਧ ਸੰਗਤ ਜੀ ਇੰਦਰੀਆਂ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਇੰਦਰੀਆਂ ਨੂੰ ਵੀ ਬੰਨ ਲਵੇ ਨਾ ਤੇ ਤਾਂ ਵੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਨਹੀਂ ਬੁੱਝਦੀ। ਕਈ ਇੰਦਰੀਆਂ ਦਾ ਬਾਹਰੋਂ ਦਮਨ ਕਰਦੇ ਆ ਕਿ ਨਹੀਂ ਨੇਤਰਾਂ ਕਰਕੇ ਰੂਪ ਵੇਖਦੇ, ਪਰ ਸਾਧ ਸੰਗਤ ਜੀ ਮਨ ਜਿਹੜਾ ਨਾ ਉਹ ਨਹੀਂ ਟਲਦਾ, ਮਨ ਨਹੀਂ ਹਟਦਾ। ਸਤਿਗੁਰੂ ਜੀ ਕਹਿੰਦੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਭਾਂਬੜੀ ਮੱਚਦੇ ਆ, ਬਾਹਰੋਂ ਭਾਵੇਂ ਪੁਰੀਆਂ ਰੂਪੀ ਇੰਦਰੀਆਂ ਨੂੰ ਬੰਨ ਲਵੇ, ਕਿੰਨਾ ਜ਼ਿਆਦਾ ਰੋਕ ਲਵੇ, ਪਰ ਅੰਦਰ ਸਤਿਗੁਰੂ ਜੀ ਕਹਿੰਦੇ ਭਾਈ ਅੱਗ ਹੀ ਬਲਦੀ ਹੁੰਦੀ ਹੈ। ਤਾਂ ਹੀ ਸਾਧ ਸੰਗਤ ਜੀ ਇਹੋ ਜਿਹੇ ਸਾਧਨਾ ਵਾਲੇ ਝੱਟ ਹੀ ਡਿੱਗ ਪੈਂਦੇ ਆ। ਜੈਮਨ ਮੁਨੀ ਸੀਗਾ ਤੇ ਉਹ ਕਹਿੰਦਾ ਸੀ ਗਿਆਨਵਾਨ ਨੂੰ ਕਦੇ ਇਹ ਚੀਜ਼ ਸਤਾ ਨਹੀਂ ਸਕਦੀ, ਤੇ ਬਿਆਸ ਜੀ ਕਹਿੰਦੇ ਉਹ ਗਿਆਨ ਰੁੜ ਜਾਂਦਾ ਸਾਰਾ। ਜੈਮਨ ਮੁਨੀ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿੰਦਾ ਨਾ ਮਹਾਰਾਜ ਇਹ ਕਦੇ ਹੋ ਸਕਦਾ। ਕਹਿਣ ਲੱਗੇ ਚੰਗਾ ਪਰਖਦੇ ਆ। ਫਿਰ ਜਦੋਂ ਪਰਖਿਆ ਨਾ ਬਿਆਸ ਜੀ ਨੇ ਉਹ ਬੜਾ ਭਾਣਾ ਕਹਿੰਦੇ ਵਰਤਾਇਆ ਤੇ ਬਰਾਤ ਇੱਕ ਬਣਾ ਲਈ, ਜੰਗਲ ਦੇ ਵਿੱਚ ਬਰਾਤ ਜਾਵੇ ਤੇ ਉੱਥੇ ਸ਼ਕਤੀ ਨਾਲ ਹੀ ਸ਼ੇਰ ਕੱਢਤਾ, ਸਭ ਬਰਾਤ ਦੌੜ ਗਈ। ਨੌਜਵਾਨ ਅਬਲਾ ਜਿਹੜੀ ਨਵੀਂ ਵਿਆਹੀ ਔਰਤ ਸੀ ਉਹ ਬਿਆਸ ਜੀ ਨੇ ਆਪ ਰੂਪ ਧਾਰਿਆ ਹੋਇਆ ਸੀ। ਜਾ ਬੂਹਾ ਖੜਕਾਇਆ ਜੈਮਨ ਮੁਨੀ ਦਾ, ਕਹਿਣ ਲੱਗੇ ਕਿ ਮੈਂ ਤਾਂ ਬੜੀ ਅਬਲਾ ਇਸ ਜੰਗਲ 'ਚ ਕਿਵੇਂ ਰਹਾਂਗੀ ਮਹਾਰਾਜ, ਸਾਰੀ ਬਰਾਤ ਦੌੜ ਗਈ ਹੈ ਤੇ ਮੈਨੂੰ ਰਾਤ ਕਟਾਓ। ਕਹਿੰਦੇ ਨਾ ਬਈ ਤੂੰ ਔਰਤਾਂ ਇੱਥੇ ਕਿਵੇਂ ਰਹਿ ਸਕਦੀਆਂ, ਅਸੀਂ ਨਹੀਂ ਤੈਨੂੰ ਰੱਖ ਸਕਦੇ ਮਹਾਰਾਜ, ਤਰਸ ਕਰੋ ਮੇਰੇ ਤੇ ਅਬਲਾ, ਮੇਰੀ ਹੁਣ ਕੌਣ ਸਹਾਇਤਾ ਕਰੇ। ਅੱਛਾ ਕਹਿਣ ਲੱਗੇ ਫਿਰ ਤੂੰ ਇਸ ਮੱਠ ਵਿੱਚ ਵੜ ਜਾ, ਜੇ ਮੈਂ ਵੀ ਕਹਾਂ ਤਾਂ ਤੂੰ ਦਰਵਾਜ਼ਾ ਨਹੀਂ ਖੋਲਣਾ। ਤੇ ਉਹ ਬਾਹਰ ਬੈਠਾ ਜੈਮਨ ਮੁਨੀ, ਅੰਦਰੋਂ ਸੀਗੇ ਬਿਆਸ ਜੀ, ਉਹਨਾਂ ਨੇ ਰਾਤ ਨੂੰ ਰਾਗ ਅਲਾਪਿਆ ਫਿਰ ਬੜਾ ਸੁੰਦਰ। ਉਹਦੇ ਨਾਲ ਫਿਰ ਜੈਮਨ ਮੁਨੀ ਨੂੰ ਕਾਮ ਦੀ ਪੀੜਾ ਛਿੜੀ ਤੇ ਜਾ ਉਹਨੇ ਦਰਵਾਜ਼ਾ ਖੜਕਾਇਆ। ਅੰਦਰੋਂ ਆਵਾਜ਼ ਉਸੇ ਹੀ ਸਰੀਲੀ ਆਵਾਜ਼ ਵਿੱਚ ਕਿਹਾ ਮਹਾਰਾਜ ਤੁਸੀਂ ਹੀ ਕਿਹਾ ਸੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਹੁਣ ਮੈਂ ਹੀ ਕਹਿਣਾ ਖੋਲ ਦਰਵਾਜ਼ਾ। ਵੇਖੋ ਇਹੋ ਜਿਹਾ ਕਾਮ ਨੇ ਮੱਤ ਮਾਰ ਦਿੱਤੀ ਤੇ ਬਾਹਰੋਂ ਕਿੱਡੇ ਰੋਕੇ ਹੋਏ ਸੀ ਇੰਦਰੇ, ਪਰ ਅੰਦਰ ਅੱਗ ਸੁਲਗ ਪਈ ਜਦੋਂ ਵਾਸ਼ਨਾ ਦੀ। ਤੇ ਫਿਰ ਕਹਿੰਦੇ ਜਦੋਂ ਨਾ ਦਰਵਾਜ਼ਾ ਖੋਲਿਆ ਤੇ ਜੈਮਨ ਮੁਨੀ ਨੇ ਉੱਤੋਂ ਮੱਠ ਪਾੜ ਲਿਆ। ਮੱਠ ਪਾੜ ਕੇ ਜਦੋਂ ਵਿੱਚ ਲਟਕਿਆ ਨਾ, ਅੱਗੇ ਜਟਾ ਜੂਟ ਬਿਆਸ ਜੀ ਨੂੰ ਵੇਖ ਕੇ ਬੜਾ ਸ਼ਰਮਿੰਦਾ ਹੋਇਆ। ਬਿਆਸ ਜੀ ਕਹਿੰਦੇ ਸੁਣਾ, ਤੂੰ ਕਹਿੰਦਾ ਸ ਗਿਆਨਵਾਨ ਨੂੰ ਨਹੀਂ ਕਰਨਾ ਚਾਹੀਦਾ, ਉਹਨੂੰ ਮਰ ਜਾਂਦਾ ਵਕਾਰ, ਨਹੀਂ ਤ੍ਰਿਸ਼ਨਾ ਅੰਦਰ ਰਹਿੰਦੀ। ਸ਼ਰਮਿੰਦਾ ਹੋ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਸਭ ਗਿਆਨ ਰੁੜ ਜਾਂਦਾ ਹੈ, ਨਾਮ ਦੇ ਵਿੱਚ ਹੀ ਸੁਰਤ ਟਿਕੀ ਰਹੇ ਤੇ ਸਾਧ ਸੰਗਤ ਜੀ ਬਚਾਅ ਹੁੰਦਾ ਹੈ। ਤੇ ਕੇਵਲ ਜੇ ਅਸੀਂ ਕਹੀਏ ਨਾ ਕਿ ਇਹ ਬਾਹਰੀ ਗਿਆਨ ਦੇ ਨਾਲ ਜਾਂ ਇੰਦਰੀਆਂ ਦੇ ਦਮਨ ਦੇ ਨਾਲ ਅੰਦਰੋਂ ਵਕਾਰਾਂ ਦੀ ਤ੍ਰਿਸ਼ਨਾ ਮਰ ਜਾਵੇਗੀ, ਨਹੀਂ ਮਰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਕਿੰਨਾ ਮਰਜੀ ਆਪਣੀਆਂ ਪੁਰੀਆਂ ਇੰਦਰੀਆਂ ਨੂੰ ਬੰਨਣ ਪਾ ਲਵੇ। ਸਿਆਣਪਾ ਲੱਖ ਹੋਏ। ਸਾਧ ਸੰਗਤ ਜੀ ਵੇਖੋ ਹੁਣ ਲੱਖਾਂ ਹੀ ਤੇ ਹਜ਼ਾਰਾਂ ਹੀ ਮਹਾਰਾਜ ਕਹਿੰਦੇ ਭਾਈ ਗ੍ਰੰਥਾਂ ਦੀਆਂ ਸਿਆਣਪਾਂ ਆ ਜਾਣ, ਕਿੰਨੇ ਜ਼ਿਆਦੇ ਗ੍ਰੰਥ ਪੜ੍ਹ ਲਏ ਜਾਣ ਤੇ ਕੀ ਅਨੁਭਵੀ ਗਿਆਨ ਹੋ ਜਾਂਦਾ ਹੈ? ਨਹੀਂ ਹੁੰਦਾ ਸਾਧ ਸੰਗਤ ਜੀ। ਇਹ ਜਿਹੜਾ ਗਿਆਨ ਹੈ ਨਾ, ਇਹਦਾ ਇੱਕ ਜਿੱਥੇ ਬੜਾ ਵੱਡਾ ਲਾਭ ਹੈ ਨਾ ਇਸ ਵਿਦਿਆ ਦਾ, ਕਿਉਂਕਿ ਉਹ ਕਬੀਰ ਜੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਕਬੀਰ ਜੀ ਦੇ ਕੋਲ ਤਿੰਨਾਂ 'ਚ ਲੜਾਈ ਪਈ ਸੀ ਤੇ ਆ ਗਏ ਕਬੀਰ ਜੀ ਦੇ ਕੋਲ।
ਜਿਹੜਾ ਇੱਕ ਅਨਪੜ੍ਹ ਸੀ, ਇੱਕ ਪੜ੍ਹਿਆ ਲਿਖਿਆ ਸੀ ਤੇ ਇੱਕ ਜੋਗੀ ਸੀ। ਉਹ ਜੋਗੀ ਕਹੇ ਕਿ ਯੋਗ ਕਮਾਉਣਾ ਚੰਗਾ, ਪੜ੍ਹਿਆ ਲਿਖਿਆ ਕਹੇ ਪੜ੍ਹਨਾ ਲਿਖਣਾ ਚੰਗਾ, ਅਨਪੜ੍ਹ ਕਹੇ ਕਿ ਕੀ ਲੋੜ ਹੈ ਪੜ੍ਹਨ ਲਿਖਣ ਦੀ, ਮੌਜਾਂ ਲੁੱਟਣੀਆਂ ਚਾਹੀਦੀਆਂ। ਕਬੀਰ ਜੀ ਕੋ ਕਹਿੰਦੇ ਚਲੋ